हाँ जी स्टूडेंट, ਤਾਂ ਆਪਾਂ ਸਟਾਰਟ ਕਰ ਰਹੇ ਹਾਂ CBSE ਕਲਾਸ 12 ਦਾ ਹਿਊਮਨ ਜੀਓਗ੍ਰਾਫੀ ਦੀ ਜਿਹੜੀ ਬੁੱਕ ਹੈ ਤੁਹਾਡੀ ਐਜ਼ ਪਰ ਦਾ CBSE ਅਪਡੇਟਡ ਸਿਲੇਬਸ। ਤੇ ਆਪਾਂ ਫਰਸਟ ਜਿਹੜਾ ਚੈਪਟਰ ਹੈ ਉਹ ਡਿਸਕਸ ਕਰ ਰਹੇ ਹਾਂ ਹਿਊਮਨ ਜੀਓਗ੍ਰਾਫੀ ਨੇਚਰ ਐਂਡ ਸਕੋਪ। ਇਹਦੇ ਆਪਾਂ ਅੱਜ ਫਰਸਟ ਜਿਹੜੇ 1 ਮਾਰਕਸ ਕੁਐਸਚਨਸ ਨੇ MCQ ਦੀ ਫਾਰਮ ਦੇ ਵਿੱਚ, ਬਾਅਦ ਦੇ ਵਿੱਚ ਆਪਾਂ 1 ਬਾਏ 1 ਲਾਈਨਰ 3 ਮਾਰਕਸ ਕੁਐਸਚਨਸ, ਸੋਰਸ ਬੇਸਡ ਕੁਐਸਚਨਸ ਅਤੇ ਜਿਹੜੇ ਆਪਣੇ ਕੁਐਸਚਨਸ ਨੇ 5 ਮਾਰਕਸ ਦੇ ਐਂਡ ਮੈਪ ਵਰਕ, ਇਹ ਵੀ 1 ਬਾਏ 1 ਸਾਰੀਆਂ ਵੀਡੀਓਜ਼ ਦੇ ਵਿੱਚ ਕਵਰ ਕਰਾਂਗੇ। ਬਟ ਮੇਰਾ ਸਟਾਰਟਿੰਗ ਤੋਂ ਇਹੀ ਮੇਨ ਫੋਕਸ ਰਹੇਗਾ ਕਿ MCQs ਆਪਾਂ ਸਾਰੇ ਚੈਪਟਰਸ ਦੇ ਕੰਪਲੀਟ ਕਰ ਲਈਏ, ਦੈਨ ਆਪਾਂ ਸਟ੍ਰੈਟਜੀਜ਼ ਕਿਹੜੀਆਂ ਹੋ ਸਕਦੀਆਂ ਨੇ ਜਿਹਦੇ ਨਾਲ ਆਪਾਂ ਵਧੀਆ ਨੰਬਰ ਲੈ ਸਕਦੇ ਹਾਂ ਇਨ CBSE ਐਗਜ਼ਾਮੀਨੇਸ਼ਨ 2022 ਐਂਡ 3। ਠੀਕ ਹੈ, ਤਾਂ ਫਸਟ ਜਿਹੜਾ ਆਪਾਂ MCQ ਦੇ ਨਾਲ ਸਟਾਰਟ ਕਰ ਰਹੇ ਹਾਂ ਚੈਪਟਰ ਹੈ ਹਿਊਮਨ ਜੀਓਗ੍ਰਾਫੀ ਨੇਚਰ ਐਂਡ ਸਕੋਪ। ਤਾਂ ਫਸਟ ਕੁਐਸਚਨ ਤੁਹਾਡੀ ਸਕਰੀਨ ਦੇ ਉੱਪਰ ਹੈ, ਵਿਚ ਵਨ ਆਫ ਦ ਫੋਲੋਇੰਗ ਇਜ਼ ਨਾਟ ਏ ਸੋਰਸ ਆਫ ਜੀਓਗ੍ਰਾਫਿਕਲ ਇਨਫੋਰਮੇਸ਼ਨ। ਮੈਂ ਸੁਜੈਸਟ ਕਰੂੰਗਾ ਕਿ ਤੁਸੀਂ ਆਪਣਾ ਕੋਈ ਵੀ ਪੈਨ ਕਾਪੀ ਜੋ ਵੀ ਹੈ ਤੁਹਾਡੇ ਕੋਲ ਅਵੇਲੇਬਲ ਉਹ ਨਾਲ ਲੈ ਕੇ ਬੈਠੋਗੇ, ਤੁਸੀਂ ਕੁਐਸਚਨਸ ਨੂੰ ਅਟੈਂਪਟ ਕਰੋਗੇ, ਦੈਨ ਮੈਂ ਆਫਟਰ ਕੁਐਸਚਨ ਜਿਹੜਾ ਹੈ ਤੁਹਾਨੂੰ ਆਨਸਰ ਵੀ ਡਿਸਕਸ ਕਰਾਂਗੇ ਇੱਥੇ। ਠੀਕ ਹੈ, ਤਾਂ ਤੁਸੀਂ ਆਪਣੀ ਵੀ ਵੈਲੂਏਸ਼ਨ ਕਰਦੇ ਰਹੋ ਕਿਉਂਕਿ ਹੁਣ ਐਂਡ ਟਾਈਮ ਆ ਚੁੱਕਿਆ ਹੈ ਜਦੋਂ ਤੁਸੀਂ ਸਿਰਫ ਟਾਰਗੇਟਡ ਹੋ ਫॉर ਯੂਅਰ ਰਿਟਨ ਐਗਜ਼ਾਮੀਨੇਸ਼ਨਸ। ਪ੍ਰੈਕਟੀਕਲ ਹੋ ਚੁੱਕੇ ਨੇ ਤੁਹਾਡੇ, ਹੈ ਨਾ, ਤਾਂ ਤੁਸੀਂ ਹੁਣ ਸਿਰਫ ਫੋਕਸ ਕਰਨਾ ਆਪਣੇ ਥਿਊਰੀ ਪਾਰਟ ਦੇ ਉੱਪਰ। ਤਾਂ ਉਹਦੇ 'ਚੋਂ ਫਰਸਟ ਜਿਹੜਾ ਹੈ ਕੁਐਸਚਨ ਹੈ ਉਹ ਤੁਹਾਡੀ ਸਕਰੀਨ 'ਤੇ ਹੈ, ਵਿਚ ਵਨ ਆਫ ਦ ਫੋਲੋਇੰਗ ਇਜ਼ ਨਾਟ ਏ ਸੋਰਸ ਆਫ ਜੀਓਗ੍ਰਾਫਿਕਲ ਇਨਫੋਰਮੇਸ਼ਨ। ਤਾਂ ਆਪਸ਼ਨਸ ਨੇ ਆਪਣੇ ਕੋਲ ਟਰੈਵਲਸ ਅਕਾਊਂਟਸ, ਕਿ ਜਿਹੜੇ ਲੋਕ ਟਰੈਵਲ ਕਰਦੇ ਨੇ ਉਹਨਾਂ ਦੇ ਜਿਹੜਾ ਡੇਟਾ ਹੁੰਦਾ, ਡਿਟੇਲਸ ਹੁੰਦੀਆਂ ਨੇ ਉਹ ਨੇ। ਆਪਸ਼ਨ B ਹੈ ਓਲਡ ਮੈਪਸ, ਕਿ ਜਿਹੜੇ ਪੁਰਾਣੇ ਮੈਪ ਨੇ ਉਹ ਜੀਓਗ੍ਰਾਫਿਕਲ ਇਨਫੋਰਮੇਸ਼ਨ ਦਾ ਪਾਰਟ ਨੇ। ਸੈਂਪਲਸ ਆਫ ਰੌਕ ਮਟੀਰੀਅਲਸ ਫਰੋਮ ਦਾ ਮੂਨ। ਦੈਨ ਲਾਸਟ ਆਪਸ਼ਨ ਹੈ ਇੰਸ਼ੈਂਟ ਐਪਿਕਸ। ਠੀਕ ਹੈ, ਜੋ ਪੁਰਾਣੇ ਰਿਕਾਰਡਸ ਨੇ ਜਿਵੇਂ ਕਿ ਇੰਡਸ ਸਿਵਲਾਈਜੇਸ਼ਨ ਦੇ ਰਿਕਾਰਡ ਨੇ ਤਾਂ ਉਹ ਹੁੰਦੇ ਨੇ ਇੰਸ਼ੈਂਟ ਐਪਿਕਸ। ਤਾਂ ਇਹਨਾਂ ਵਿੱਚੋਂ ਕਿਹੜੀ ਆਪਸ਼ਨ ਹੈ ਜਿਹੜੀ ਉਹ ਜੀਓਗ੍ਰਾਫਿਕਲ ਇਨਫੋਰਮੇਸ਼ਨ ਦਾ ਰਿਸੋਰਸ ਨਹੀਂ ਹੈ, ਮੀਨ ਸੋਰਸ ਨਹੀਂ ਹੈ। ਤਾਂ ਹੁਣ ਦੇਖੋ ਬੇਟਾ, ਆਪਾਂ ਗੱਲ ਕਰ ਰਹੇ ਹਾਂ ਇੱਥੇ ਅਰਥ ਦੇ ਉੱਪਰ, ਤਾਂ ਇੱਥੇ ਆਪਸ਼ਨ C ਨੂੰ ਤੁਸੀਂ ਐਲੀਮੀਨੇਟ ਕਰ ਸਕਦੇ ਹੋ, ਸੈਂਪਲਸ ਰੌਕ ਮਟੀਰੀਅਲ ਫਰੋਮ ਦਾ ਮੂਨ। ਠੀਕ ਹੈ, ਤਾਂ ਮੂਨ ਤੋਂ ਨਹੀਂ ਨਾ, ਆਪਾਂ ਜੀਓਗ੍ਰਾਫਿਕਲ ਇਨਫੋਰਮੇਸ਼ਨ ਦਾ ਸੋਰਸ ਹੋ ਸਕਦਾ ਹੈ ਮੂਨ ਦੇ ਉੱਪਰੋਂ, ਬਟ ਇਹ ਕੀ ਹੈ, ਇਹ ਰੋਂਗ ਆਪਸ਼ਨ ਹੈ। ਤਾਂ ਆਪਾਂ ਆਨਸਰ ਦੇਖਾਂਗੇ ਤਾਂ ਸੈਂਪਲਸ ਆਫ ਰੌਕ ਮਟੀਰੀਅਲ ਫਰੋਮ ਦਾ ਮੂਨ। ਠੀਕ ਹੈ, ਤਾਂ ਇਹ ਆਪਣੇ ਕੋਲ ਰੋਂਗ ਆਪਸ਼ਨ ਹੈ, ਤਾਂ ਇਹ ਆਪਸ਼ਨ ਨਹੀਂ ਹੋਏਗੀ। ਨੈਕਸਟ ਕੁਐਸਚਨ, ਹੂ ਗੇਵ ਦਾ ਕੰਸੈਪਟ ਆਫ ਸਟਾਪ ਐਂਡ ਗੋ ਡਿਟਰਮਿਨਿਜ਼ਮ। ਹੁਣ ਆਪਾਂ ਚੈਪਟਰ ਦੇ ਵਿੱਚ ਪੜ੍ਹਿਆ ਹੋਇਆ ਹੈ ਕਿ ਸਟਾਪ ਐਂਡ ਗੋ ਡਿਟਰਮਿਨਿਜ਼ਮ ਜਿਹੜੀ ਇੱਕ ਕੰਸੈਪਟ ਹੈ ਉਹ ਕਿਹਨੇ ਦਿੱਤਾ ਹੈ। ਠੀਕ ਹੈ, ਇੱਥੇ ਕੀ ਸੀ, ਸਟਾਪ ਕਰਨਾ ਮੀਨਸ ਰੁਕੋ, ਸੋਚੋ, ਦੈਨ ਫਿਰ ਤੁਸੀਂ ਪ੍ਰੋਸੀਡ ਕਰੋ ਕੁਛ। ਅਗਰ ਤੁਸੀਂ ਕੋਈ ਐਕਟੀਵਿਟੀ ਕਰਨੀ ਹੈ ਤਾਂ ਜੀਓਗ੍ਰਾਫੀ ਦੇ ਵਿੱਚ ਤੁਸੀਂ ਡਿਟੇਲ ਦੇ ਵਿੱਚ ਪੜ੍ਹ ਚੁੱਕੇ ਹੋ ਥਿਊਰੀ ਪਾਰਟ ਦੇ ਵਿੱਚ। ਤਾਂ ਇੱਥੇ ਸਿਰਫ ਉਹ ਪੁੱਛ ਰਹੇ ਨੇ ਕਿ ਇਹ ਜਿਹੜਾ ਕੰਸੈਪਟ ਹੈ ਇਹ ਕਿਹਦੇ ਦੁਆਰਾ ਦਿੱਤਾ ਗਿਆ। ਤਾਂ ਇੱਥੇ ਆਪਸ਼ਨਸ ਨੇ ਤੁਹਾਡੇ ਕੋਲ ਗ੍ਰਿਫ ਟੇਲਰ, ਰੈਟਜ਼ਲ, EC ਸੈਂਪਲ ਔਰ ਵਿਲਾਲਡ ਡੀ ਲਾ ਬਲਾਚ। ਠੀਕ ਹੈ, ਇਹ ਜਰਮਨ ਜਿਹੜੇ ਫ੍ਰੈਂਚ, ਜਰਮਨ ਤੇ ਜਿਹੜੇ ਯੂਰਪੀਅਨ ਜੀਓਗ੍ਰਾਫਰਸ ਨੇ ਉਹਨਾਂ ਦੇ ਨਾਮ ਨੇ, ਸਕਾਲਰਸ ਨੇ ਮੇਨਲੀ, ਜੀਓਗ੍ਰਾਫੀ ਨਹੀਂ, ਇਹਨਾਂ ਨੇ ਹੋਰ ਵੀ ਸਬਜੈਕਟਸ ਦੇ ਵਿੱਚ ਕੰਟਰੀਬਿਊਸ਼ਨ ਕੀਤਾ ਹੈ, ਤਾਂ ਆਪਾਂ ਇਹਨਾਂ ਨੂੰ ਕਹਾਂਗੇ ਸਕਾਲਰਸ। ਤਾਂ ਇਹਨਾਂ ਵਿੱਚੋਂ ਕਿਹੜੇ ਸਕਾਲਰ ਨੇ ਜਿਹੜਾ ਹੈ ਉਹ ਸਟਾਪ ਐਂਡ ਗੋ ਡਿਟਰਮਿਨਿਜ਼ਮ ਜਿਹੜੀ ਟਰਮ ਹੈ ਉਹ ਦਿੱਤੀ ਹੈ। ਠੀਕ ਹੈ, ਤਾਂ ਆਪਾਂ ਆਨਸਰ ਦੇਖਦੇ ਹਾਂ। ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਗ੍ਰਿਫਟ ਟੇਲਰ। ਠੀਕ ਹੈ, ਤਾਂ ਗ੍ਰਿਫਟ ਟੇਲਰ ਹੈ ਜਿਹੜਾ ਜਿਨ੍ਹਾਂ ਨੇ ਕੰਸੈਪਟ ਦਿੱਤਾ ਸਟਾਪ ਐਂਡ ਗੋ ਡਿਟਰਮਿਨਿਜ਼ਮ ਦਾ। ਓਕੇ, ਨੈਕਸਟ ਕੁਐਸਚਨ ਦੇ ਵੱਲ ਆਪਾਂ ਵਧਦੇ ਹਾਂ ਅੱਗੇ। ਅਗਰ ਤੁਹਾਡਾ ਕੋਈ ਡਾਊਟ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਆਪਸ਼ਨ ਤੁਹਾਡੇ ਅਕੋਰਡਿੰਗ ਸਹੀ ਨਹੀਂ ਹੈ, ਸਮਟਾਈਮ ਟਾਈਪਿੰਗ ਮਿਸਟੇਕ ਹੋ ਜਾਂਦੀ ਹੈ, ਤਾਂ ਤੁਸੀਂ ਉਹਨੂੰ ਕਮੈਂਟ ਦੇ ਵਿੱਚੋਂ ਡਰੋਪ ਆਊਟ ਕਰ ਸਕਦੇ ਹੋ। ਠੀਕ ਹੈ, ਕਿਉਂਕਿ ਹਿਊਮਨ ਤੋਂ ਮਿਸਟੇਕਸ ਹੁੰਦੀਆਂ ਨੇ ਬੇਟਾ, ਤੁਹਾਡੇ ਤੋਂ ਵੀ ਹੋ ਸਕਦੀਆਂ ਨੇ, ਟੀਚਰਸ ਤੋਂ ਵੀ ਹੋ ਸਕਦੀਆਂ ਨੇ, ਤਾਂ ਇੱਕ ਕੋਈ ਜਿਹੜੀ ਟਾਈਪਿੰਗ ਮਿਸਟੇਕ ਆ ਉਹਨੂੰ ਤੁਸੀਂ ਮੈਂਸ਼ਨ ਕਰ ਸਕਦੇ ਹੋ ਕਮੈਂਟਸ ਦੇ ਵਿੱਚ। ਠੀਕ ਹੈ, ਨੈਕਸਟ ਕੁਐਸਚਨ ਬੇਟਾ, ਨੇਚਰ ਪ੍ਰੋਵਾਈਡ ਅਪਰਚੁਨਿਟੀਜ਼ ਐਂਡ ਹਿਊਮਨ ਬੀਇੰਗ ਮੇਕ ਯੂਜ਼ ਆਫ ਥੀਜ਼ and slowly nature get humanized and starts bring the imprints of human endeavor reflect the concept of।
ਤਾਂ ਜਿਹੜਾ ਇੱਕ ਸਟੇਟਮੈਂਟ ਦਿੱਤੀ ਹੋਈ ਹੈ ਤੁਹਾਡੇ ਕੋਲ, ਇਹ ਇੱਕ ਕਨਸੈਪਟ ਦੀ ਸਟੇਟਮੈਂਟ ਹੈ। ਠੀਕ ਹੈ, ਜਿੱਦਾਂ ਸਟਾਪ ਐਂਡ ਗੋ ਡਿਟਰਮਿਨਿਜ਼ਮ ਇੱਕ ਕਨਸੈਪਟ ਹੈ, ਉੱਦਾਂ ਹੀ ਇੱਕ ਹੋਰ ਕਨਸੈਪਟ ਹੈ ਜਿਹਦੇ ਅੰਡਰ ਇਹ ਗੱਲ ਕਹੀ ਹੋਈ ਹੈ ਕਿ ਨੇਚਰ ਜਿਹੜਾ ਉਹ ਆਪਾਂ ਨੂੰ ਪ੍ਰੋਵਾਈਡ ਕਰਦਾ ਹੈ ਓਪਰਚੁਨਿਟੀਜ਼, ਹਿਊਮਨਸ ਉਹਨੂੰ ਯੂਜ਼ ਕਰਦੇ ਨੇ, ਦੈਨ ਜਿਹੜਾ ਨੇਚਰ ਹੈ ਉਹ ਹਿਊਮਨਾਈਜ਼ਡ ਹੋ ਜਾਂਦਾ ਹੈ ਅਤੇ ਉਹਦੇ ਜਿਹੜੇ ਇੰਪ੍ਰਿੰਟਸ ਨੇ ਉਹ ਹਿਊਮਨਸ ਜਿਹੜੇ ਨੇ ਉਹ ਦੇਖਦੇ ਨੇ। ਤਾਂ ਇਹਦੇ ਵਿੱਚ ਕਨਸੈਪਟ ਬੇਸਡ ਕੁਐਸਚਨ ਹੈ ਬੇਟਾ ਇਹ। ਇਹਦੇ ਵਿੱਚ ਆਪਸ਼ਨਸ ਆਪਾਂ ਦੇਖਦੇ ਹਾਂ ਕੀ ਆ। ਫਰਸਟ ਜਿਹੜਾ ਹੈ ਇੱਕ ਪੋਸੀਬਿਲਿਜ਼ਮ ਹੈ, ਇਹ एनवायरमेंटल डिटर्मिनिज्म है, या ए न्यू डिटर्मिनिज्म है, या लास्ट ऑप्शन जो है अपने को नन ऑफ द दीज है। ठीक है, नन ऑफ दीज। तो केड़ा ऑप्शन जो राइट है अकॉर्डिंग टू यू, तुसी पहला अपनी नोटबुक के उपर मार्क कर लो ऑप्शन जो भी तुहाडे अकॉर्डिंग सही लगता है, तुहाडी इवैल्यूएशन है, ये सैल्फ इवैल्यूएशन है, दैन मैं राइट आंसर जो तुहानूं दस रहा। तो ये ऑप्शन जो है ये बेटा ऑप्शन ए इज़ अ राइट आंसर, पॉसिबलिज्म। पॉसिबलिज्म जोड़ा है वो प्रोवाइड करता है, वो अंडर ही अपन नेचर जो वो प्रोवाइड करता अपॉर्चुनिटी। ठीक है, तो पॉसिबल है ह्यूमनस अपनी जी थिंकिंग है, अपनी जी कोगनैटिव स्किल्स ने उन्होंने यूज़ करके जोड़ा है वो नेचर दी जी अपॉर्चुनिटीज़ ने उन्होंने यूजेबल करता है। ठीक है, तो ये आप जिदा कंसैप्ट पढ़िया पॉसिबलिज्म, एवरीथिंग पॉसिबल विद ह्यूमन साइंस। ठीक है, ह्यूमन ने की किया पहला साइंस नूं समझिया बेटा। ठीक है, तो वो नेचर के लॉज नूं समझिया, तो वो अकॉर्डिंग ही उन्हें पॉसिबिलिटीज़ क्रिएट कीतियां, तो यही है अपने को पॉसिबलिज्म। ठीक है, जिदा फ्रिक्शन का कंसैप्ट आप पढ़ते हैं, फ्रिक्शन कितना हुआ जो ह्यूमनस नूं पता लग गया कि अगर दो पत्थर नूं आपां रगड़ांगे तो उहदे विचों जिहड़ी है वो हीट जनरेट होंदी है या फायर जनरेट होंदी है, तो फिर उहदे तो ही अपना अगे कंसैप्ट बनया। सेम एज बर्ड्स नूं देख के आपां कंसैप्ट डिवेलप किया एरोडायनामिक्स। ठीक है, तो वो अपने को जिद्दां जिद्दां साइंस नूं आपां समझिया, उहनूं यूटिलाइज किया, तो वो आपां पॉसिबिलिटीज़ क्रिएट कीतियां बाय यूजिंग नैचुरल अपॉर्चुनिटीज़। ठीक है, तो ये क्वेश्चन जो है हो गया। नेक्स्ट क्वेश्चन, विच वन ऑफ द फॉलोइंग स्टेटमेंट डज नॉट डिस्क्राइब जोग्राफी। ठीक है, तो ऑप्शंस ने उन्होंने विचों देखना कि केड़ी स्टेटमेंट जी है जी जोग्राफी नूं डिफाइन नहीं कर रही, नॉट डिस्क्राइब जोग्राफी। तो ऑप्शन ए एन इंटीग्रेटिव डिसिप्लिन, ऑप्शन बी स्टडी ऑफ द इंटर रिलेशनशिप बिटवीन ह्यूमन्स एंड एनवायरमेंट, ऑप्शन सी सब्जेक्टेड टू ड्यूलिज्म, एंड ऑप्शन डी not relevant in the present time due to the development of technology। तो इन्हां विचों केड़ी स्टेटमेंट जिहड़ा है, केड़ी ऑप्शन है जिहड़ी जोग्राफी नूं डिफाइन नहीं कर रही। तो ऑप्शन का आंसर अपने को जिहड़ा है वो ऑप्शन डी है, नॉट रेलेवेंट इन द प्रेजेंट टाइम ड्यू टू द डेवलपमेंट ऑफ टेक्नोलॉजी। ठीक है, तो इत्थे तुसीं देखोगे कि जोग्राफी की जिहड़ी रेलेवेंस है, नॉट डिस्क्राइब जोग्राफी। हुण जोग्राफी की करती है, ये कोई रोकती है डिवेलपमेंट नूं या टैक्नोलॉजी नूं, या इसकी प्रेजेंट टाइम दे विच जिहड़ी कोई जिहड़ी है वैल्यू नहीं हैगी। ठीक है, तो ये ऑप्शन डी दे विच जिहड़ा है गलत ऑप्शन है, तो वही आप आइडेंटिफाई करना डज नॉट। ठीक है, क्वेश्चन नूं पहलां ध्यान नाल पढ़ो, हमेशा क्वेश्चन नूं पहलां ध्यान नाल पढ़ो, आफ्टर तुसीं प्रोसीड करदे हो नैक्सट क्वेश्चन के उपर। ठीक है, पहला एक क्वेश्चन जो तुसीं पकड़िया है ना, सपोज करो कि 4 नंबर क्वेश्चन है, तो उन्होंने सिर्फ 2 बार उहदे क्वेश्चनस नूं पढ़ो। ठीक है, कि उहदे की पूछ रहा हो, मेनली वो नॉट पूछ रहा है या वो पूछ रहा है तुहाडे तो यस। ठीक है, तो उहदे च यही है कि डज नॉट लिखा बेटा, तो डज नॉट डिस्क्राइब, तो की डिस्क्राइब नहीं करता ऑप्शन ए दे विच तुसीं देखो, ये इंटीग्रेटिव जिहड़ा है डिसिप्लिन है, इहदे विच आपां सब कुछ पढ़ते हैं। सैकेंड ऑप्शन बी दे विच भी सेम गल कर रहा है, स्टडी द इंटर रिलेशनशिप बिटवीन ह्यूमन एनवायरमेंट, ओके, सब्जेक्ट टू ड्यूलिज्म, देन ये भी राइट है। तो ऑप्शन डी जिहड़ा है अपने को गलत ऑप्शन है, इट्स अ रॉन्ग ऑप्शन। ठीक है, तो ही अपना आंसर है, बिकॉज नॉट रेलेवेंट टू प्रेजेंट टाइम। क्यों नहीं है, जोग्राफी इज अ प्रेजेंट, इसलिए अगर वैल्यू है यदि तो तुसी पढ़ रहे हो। ठीक है, अगर ये रेलेवेंट ही ना हो तो फिर तुसी नहीं पढ़ोगे। ठीक है, एंड टेक्नोलॉजी जोग्राफी दे विच भी बहुत है, GPS GIS रिमोट सेंसिंग, बहुत सारे सब्जेक्ट्स ने या बहुत सारिया फील्ड्स ने। ठीक है, तो ये रेलेवेंट वाली तो कोई गल है ही नहीं इत्थे ना, तो ये ऑप्शन जो अपने को ऑप्शन डी वो गलत हो जाता है। ठीक है, नैक्सट क्वेश्चन, विच ऑफ द फॉलोइंग इज ए सब फील्ड ऑफ सोशल जोग्राफी। हुण इत्थे जोग्राफी दी तुहानूं पता है ब्रांचेस ने, तुसीं फर्स्ट चैप्टर के अंडर ही पढ़िया, पोलिटिकल जोग्राफी, मिलिटरी जोग्राफी, दैन सोशल जोग्राफी पूछ रहे हैं अपने को। तो सोशल जोग्राफी का जिहड़ा है
subfield है, which of the following is a subfield of social geography? Options: geography of resource, option B historical geography, option C electoral geography, and option D geography of tourism। ठीक है, ਤਾਂ ਇੱਥੇ ਬੇਟਾ ਆਪਸ਼ਨ ਹੈ, ਦੇਖੋ ਤੁਸੀਂ ਟੂਰਿਜ਼ਮ, ਤਾਂ ਕਿਹੜਾ ਜਿਹੜਾ ਹੈ ਇਹ ਪਾਰਟ ਹੈ ਸਬ ਫੀਲਡ ਆਫ ਸੋਸ਼ਲ ਜੋਗਰਾਫੀ। ਹੁਣ ਸੋਸ਼ਲ ਜੋਗਰਾਫੀ ਤੁਹਾਨੂੰ ਪਤਾ ਹੈ ਕਿ ਜਿਹੜੀ ਸੁਸਾਇਟੀ ਨਾਲ ਰਿਲੇਟਡ ਹੈ ਨਾ, ਤਾਂ ਸੁਸਾਇਟੀ ਨਾਲ ਰਿਲੇਟਡ ਕਿਹੜਾ ਹੋਏਗਾ? ਜੋਗਰਾਫੀ ਆਫ ਰਿਸੋਰਸ ਤਾਂ ਨਹੀਂ ਹੋਏਗਾ, ਕਿਉਂਕਿ ਰਿਸੋਰਸ ਇਜ਼ ਅ ਨੈਚੁਰਲ ਜੋਗਰਾਫੀ ਹੈ ਨਾ, ਇਹ ਇੱਕ ਅਲੱਗ ਬ੍ਰਾਂਚ ਹੈ, ਇਹ ਪਾਰਟ ਨਹੀਂ ਹੋ ਸਕਦਾ ਸੁਸਾਇਟੀ ਦਾ। ਤਾਂ ਫਿਰ ਦੇਖੋ ਆਪਸ਼ਨ ਰਾਈਟ ਕੀ ਹੋਏਗਾ? ਤਾਂ ਇੱਥੇ ਆਪਸ਼ਨ ਜਿਹੜਾ ਹੈ ਹਿਸਟੋਰੀਕਲ ਜੋਗਰਾਫੀ ਜਿਹੜਾ ਹੈ ਉਹ ਰਾਈਟ ਆਨਸਰ ਹੈ। ਇਲੈਕਟੋਰਲ ਜੋਗਰਾਫੀ ਪੋਲੀਟੀਕਲ ਜੋਗਰਾਫੀ ਦਾ ਪਾਰਟ ਹੈ। ਜੋਗਰਾਫੀ ਆਫ ਰਿਸੋਰਸ ਇਹ ਪਾਰਟ ਹੈ ਤੁਹਾਡਾ ਇਕਨੋਮਿਕ ਜੋਗਰਾਫੀ ਦਾ। ਜੋਗਰਾਫੀ ਆਫ ਟੂਰਿਜ਼ਮ ਇਹ ਅਲੱਗ ਸਬਜੈਕਟ ਹੈ। ਠੀਕ ਹੈ, ਤਾਂ ਇੱਥੇ ਹਿਸਟੋਰੀਕਲ ਜੋਗਰਾਫੀ ਜਿਹੜਾ ਹੈ ਉਹ ਰਿਲੇਟਡ ਹੈ ਸੋਸ਼ਲ ਜੋਗਰਾਫੀ ਦੇ ਨਾਲ, ਕਿਉਂਕਿ ਇਹਦੇ 'ਚ ਆਪਾਂ ਗੱਲ ਕਰਦੇ ਹਾਂ ਸੁਸਾਇਟੀ ਦੀ, ਕਿ ਅਰਲੀਅਰ ਟਾਈਮ ਦੇ ਵਿੱਚ ਸੁਸਾਇਟੀਜ਼ ਕਿੱਦਾਂ ਦੀਆਂ ਸੀ, ਉਹਨਾਂ ਦਾ ਹਿਸਟੋਰੀਕਲ ਬੈਕਗਰਾਊਂਡ ਕੀ ਹੈ, ਉਹਦੇ ਵਿੱਚ ਕੀ ਚੇਂਜਸ ਆਏ ਨੇ, ਤਾਂ ਇਟ ਡਿਸਕ੍ਰਾਈਬ ਅੰਡਰ ਦਾ ਹਿਸਟੋਰੀਕਲ ਜੋਗਰਾਫੀ। ਤਾਂ ਇਹ ਫੀਲਡ ਕਿਸ ਦਾ ਹੈ? ਸੋਸ਼ਲ ਜੋਗਰਾਫੀ। ਇੱਦਾਂ ਹੀ ਕੁਐਸਚਨਸ ਬਹੁਤ ਬਣ ਸਕਦੇ ਨੇ ਬੇਟਾ ਇਹਦੇ ਵਿੱਚੋਂ, ਕਿ ਵਿਚ ਆਫ ਦਾ ਫੋਲੋਇੰਗ ਇਜ਼ ਸਬ ਫੀਲਡ ਆਫ ਇਕਨੋਮਿਕ ਜੋਗਰਾਫੀ। ਅਗਰ ਇੱਥੇ ਇਕਨੋਮਿਕ ਜੋਗਰਾਫੀ ਆਏਗਾ ਤਾਂ ਤੁਸੀਂ ਜੋਗਰਾਫੀ ਆਫ ਰਿਸੋਰਸ ਆਪਸ਼ਨ ਰਾਈਟ ਕਰੋਗੇ। ਠੀਕ ਹੈ, ਤਾਂ ਇਹਦੇ 'ਚ ਬਹੁਤ ਸਾਰੇ ਕੁਐਸਚਨਸ ਬਣ ਸਕਦੇ ਨੇ। ਪੋਲੀਟੀਕਲ ਜੋਗਰਾਫੀ ਦਾ ਤੁਸੀਂ ਕੁਐਸਚਨ ਆ ਜਾਂਦਾ ਹੈ ਕਿ ਵਿਚ ਆਫ ਦਾ ਫੋਲੋਇੰਗ ਇਜ਼ ਅ ਸਬ ਫੀਲਡ ਆਫ ਪੋਲੀਟੀਕਲ ਜੋਗਰਾਫੀ, ਤਾਂ ਇੱਥੇ ਤੁਸੀਂ ਇਲੈਕਟੋਰਲ ਜੋਗਰਾਫੀ ਜਿਹੜਾ ਆਪਸ਼ਨ ਸੀ ਹੈ ਉਹਨੂੰ ਰਾਈਟ ਕਰੋਗੇ। ਤਾਂ ਇਹਦੇ ਲਈ ਮੈਂ ਤੁਹਾਨੂੰ ਸੁਜੈਸਟ ਕਰਾਂਗਾ ਕਿ ਤੁਸੀਂ ਜਿਹੜਾ ਹੈ ਤੁਹਾਡੇ ਬੁੱਕ ਦੇ ਉੱਪਰ ਇੱਕ ਚਾਰਟ ਬਣਿਆ ਹੋਇਆ, ਇੱਕ ਪੂਰਾ ਫੁੱਲ ਪੇਜ ਦੇ ਉੱਪਰ ਚਾਰਟ ਹੈ ਜਿਹਦੇ 'ਚ ਉਹਨਾਂ ਨੇ ਦੱਸਿਆ ਹੋਇਆ ਕਿ ਸਬ ਫੀਲਡਸ ਆਫ ਜੋਗਰਾਫੀ। ਤਾਂ ਉਹਦੇ ਵਿੱਚ ਸਾਰੇ ਜਿਹੜਾ ਸਟਾਰ ਡਾਇਗਰਾਮ ਦੇ ਅੰਡਰ ਉਹਨਾਂ ਨੇ ਡਿਜ਼ਾਈਨ ਕੀਤਾ ਹੋਇਆ ਹੈ, ਜਿਹਦੇ ਵਿੱਚ ਅਲੱਗ-ਅਲੱਗ ਬ੍ਰਾਂਚਸ ਦੱਸੀਆਂ ਹੋਈਆਂ ਨੇ ਜੋਗਰਾਫੀ ਦੀਆਂ। ਤਾਂ ਉਹ ਤੁਸੀਂ ਇੱਕ ਵਾਰੀ ਚਾਰਟ ਗੋ ਥਰੂ ਕਰ ਲੈਣਾ। ਠੀਕ ਹੈ, ਐਗਜ਼ਾਮ ਤੋਂ ਪਹਿਲਾਂ। ਤਾਂ ਉਹਦੇ ਨਾਲ ਤੁਹਾਡੇ ਕਾਫੀ ਕੁਐਸਚਨਸ ਨੇ ਜਿਹੜੇ, ਕਿਉਂਕਿ ਇਹਦੇ 'ਚੋਂ 2 ਜਾਂ 3 ਕੁਐਸਚਨ ਆਉਣਗੇ ਫਾਈਨਲ ਐਗਜ਼ਾਮ ਦੇ ਵਿੱਚ, ਤਾਂ ਤੁਹਾਡੇ ਸੋਲਵ ਈਜ਼ੀਲੀ ਹੋ ਜਾਣਗੇ। ਠੀਕ ਹੈ, ਆਪਾਂ ਵਧਦੇ ਹਾਂ ਨੈਕਸਟ ਕੁਐਸਚਨ ਦੇ ਵੱਲ। ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਸਬ ਫੀਲਡ ਆਫ ਸੋਸ਼ਲ ਜੋਗਰਾਫੀ? ਆਈ ਥਿੰਕ ਇਜ਼ ਰਿਪੀਟਡ ਕੁਐਸਚਨ। ਨੋ ਸਰ, ਇਹ ਉਹ ਆਪਸ਼ਨਸ ਡਿਫਰੈਂਟ ਨੇ ਬੇਟਾ। ਠੀਕ ਹੈ, ਹੁਣ ਇੱਥੇ ਦੇਖੋ ਆਪਸ਼ਨ ਤੁਹਾਡੇ ਕੋਲ ਨੇ ਹੈ ਮੈਡੀਕਲ ਜੋਗਰਾਫੀ, ਹਿਸਟੋਰੀਕਲ ਜੋਗਰਾਫੀ, ਕਲਚਰਲ ਜੋਗਰਾਫੀ ਐਂਡ ਮਿਲਟਰੀ ਜੋਗਰਾਫੀ। ਤਾਂ ਹੁਣ ਇਹਨਾਂ ਦੇ ਵਿੱਚੋਂ ਵੀ ਇੱਕ ਜਿਹੜਾ ਹੈ ਉਹ ਆਪਸ਼ਨ ਹੋਏਗਾ। ਇਹਦੇ ਵਿੱਚ ਆਪਸ਼ਨ ਦਾ ਮੇਬੀ ਸੇਮ ਹੋਈ ਹੈ ਨਾ। ਤਾਂ ਆਪਸ਼ਨ ਰਾਈਟ ਕਿਹੜਾ ਹੈ ਇਹਦੇ ਵਿੱਚ? ਦੇਖੋ ਤੁਸੀਂ ਨੋਟ ਲਿਖਿਆ ਹੋਇਆ ਹੈ, ਤੁਸੀਂ ਕਨਫਿਊਜ਼ ਨਹੀਂ ਹੋਵੋਗੇ। ਇਟਸ ਨੋਟ ਏ ਸਬ ਫੀਲਡ ਆਫ ਸੋਸ਼ਲ ਜੋਗਰਾਫੀ। ਠੀਕ ਹੈ, ਤਾਂ ਮਿਲਟਰੀ ਜਿਹੜਾ ਹੈ, ਮਿਲਟਰੀ ਜੋਗਰਾਫੀ ਨਹੀਂ ਹੈ ਪਾਰਟ ਸੋਸ਼ਲ ਜੋਗਰਾਫੀ ਦਾ। ਬਾਕੀ ਸਾਰੇ ਜਿਹੜੇ ਨੇ ਉਹ ਕਿਸ ਦਾ ਪਾਰਟ ਨੇ? ਉਹ ਸੋਸ਼ਲ ਜੋਗਰਾਫੀ ਦਾ ਪਾਰਟ ਨੇ। ਮੈਡੀਕਲ ਵੀ ਹੈ, ਹਿਸਟੋਰੀਕਲ ਵੀ ਹੈ, ਆਪਾਂ ਪਿਛਲੇ ਕੁਐਸਚਨ ਦੇ ਵਿੱਚ ਹੀ ਦੇਖਿਆ। ਕਲਚਰ ਵੀ ਸੁਸਾਇਟੀ ਨਾਲ ਰਿਲੇਟਡ ਹੈ। ਤਾਂ ਇੱਥੇ ਮਿਲਟਰੀ ਹੈ। ਠੀਕ ਹੈ, ਤਾਂ ਮਿਲਟਰੀ ਜੋਗਰਾਫੀ ਇਜ਼ ਨਾਟ ਏ ਫੀਲਡ ਆਫ ਸੋਸ਼ਲ ਜੋਗਰਾਫੀ। ਠੀਕ ਹੈ, ਨੈਕਸਟ ਕੁਐਸਚਨ। ਵਿਚ ਸਕੂਲ ਆਫ ਥਾਟ employed the Marxism theory? ठीक है, तो कौन ਇੰਪੋਜ਼ ਕਰਦਾ, ਉਹਨੂੰ ਇੰਪਾਵਰਡ ਕਰਦਾ ਹੈ ਆਪਣੀ ਥਿਊਰੀ ਦੇ ਵਿੱਚ? ਤਾਂ ਇਹਦੇ ਵਿੱਚ ਤੁਸੀਂ ਆਪਸ਼ਨ ਦੇਖੋਗੇ, ਆਪਣੇ ਕੋਲੇ ਸਕੂਲਸ ਨੇ ਜੋਗਰਾਫੀ ਦੇ ਵਿੱਚ ਅੰਡਰ ਵੈਲਫੇਅਰ ਸਕੂਲ, ਰੈਡੀਕਲ ਸਕੂਲ, ਬਿਹੇਵੀਅਰਲ ਸਕੂਲ। ਠੀਕ ਹੈ, ਤਾਂ ਇਹਨਾਂ ਵਿੱਚੋਂ ਕਿਹੜੇ ਅੰਡਰ ਜਿਹੜੀ ਹੈ ਉਹ ਮਾਰਕਸਿਜ਼ਮ ਦੀ ਜਿਹੜੀ ਥਿਊਰੀ ਹੈ ਉਹ ਇੰਪਾਵਰਡ ਕੀਤੀ ਹੋਈ? ਠੀਕ ਹੈ, ਤਾਂ ਆਪਸ਼ਨਸ ਨੇ ਤੁਹਾਡੇ ਕੋਲੇ। ਤਾਂ ਇਹਦਾ ਰਾਈਟ ਆਨਸਰ ਜਿਹੜਾ ਹੋਏਗਾ ਉਹ ਰੈਡੀਕਲ ਸਕੂਲ ਆਫ ਥਾਟਸ ਨੇ। ਠੀਕ ਹੈ, ਰੈਡੀਕਲ ਥਰੂ ਸਕੂਲ ਆਫ ਥਾਟਸ ਦੇ ਅੰਡਰ ਜਿਹੜੀ ਹੈ ਉਹ ਮਾਰਕਸਿਜ਼ਮ ਜਿਹੜੀ ਥਿਊਰੀ ਹੈ ਉਹ ਅਪਲਾਈ ਹੋਈ ਹੈ। ਠੀਕ ਹੈ, ਬਟ ਇਹ ਵਾਲਾ ਜਿਹੜਾ ਕੁਐਸਚਨ ਹੈ ਬੇਟਾ ਇਹਨੂੰ ਤੁਸੀਂ ਕ੍ਰੋਸ ਕਰ ਸਕਦੇ ਹੋ। ਠੀਕ ਹੈ, ਇਹਨੂੰ ਤੁਸੀਂ ਸਕਿਪ ਕਰ ਸਕਦੇ ਹੋ ਕਿਉਂਕਿ ਇਹ ਜਿਹੜਾ ਰੀਸੈਂਟ ਆਪਣਾ ਅਪਡੇਟਡ ਸਿਲੇਬਸ ਹੈ ਉਹਦਾ ਇਹ ਪਾਰਟ ਨਹੀਂ ਹੈ। ਠੀਕ ਹੈ, ਤਾਂ ਇਹ ਵਾਲਾ ਕੁਐਸਚਨ ਮੈਂ ਤੁਹਾਨੂੰ ਦੱਸ ਰਿਹਾ ਨਾਲ ਦੀ ਨਾਲ ਕਿ ਇਹ ਕੁਐਸਚਨ ਤੁਸੀਂ ਸਿਰਫ ਸਮਝ ਲਿਆ ਓਕੇ ਹੈ, ਦੈਨ ਇਹਨੂੰ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਦੇਖਣ ਦੀ ਜ਼ਰੂਰਤ ਨਹੀਂ। ਠੀਕ ਹੈ, ਇਹ ਕਿਉਂਕਿ ਇਹ ਕੁਐਸਚਨ ਜਿਹੜਾ ਹੈ ਇਹ ਰੀਸੈਂਟ ਜਿਹੜਾ ਸਿਲੇਬਸ ਉਹਦੇ ਵਿੱਚ ਇਹ ਕੱਟਿਆ ਹੋਇਆ ਟੌਪਿਕ ਹੈ। ਠੀਕ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਸਬ ਫੀਲਡ ਆਫ ਇਕਨੋਮਿਕ ਜੋਗਰਾਫੀ? ਹੁਣ ਸੇਮ ਫੀਲਡ ਦੇ ਵਿੱਚੋਂ ਹੀ ਕੁਐਸਚਨ ਆ ਰਹੇ ਨੇ। ਜੋਗਰਾਫੀ ਆਫ ਰਿਸੋਰਸ, ਜੋਗਰਾਫੀ ਆਫ ਲੈਸ਼ਰ, ਜੋਗਰਾਫੀ ਆਫ ਐਗਰੀਕਲਚਰ, ਜੋਗਰਾਫੀ ਆਫ ਇੰਡਸਟਰੀਜ਼। which of the following is not subfield of economic geography? ਹੁਣ ਮੈਂ ਤੁਹਾਨੂੰ ਦੱਸਿਆ ਕਿ ਆਪਸ਼ਨ A resource geography is a part of economic geography, agriculture, industries and leisure। ਇਹਨਾਂ ਚੋਂ ਦੇਖਦੇ ਹਾਂ ਆਪਸ਼ਨ ਰਾਈਟ ਕਿਹੜਾ ਹੈ। ਤਾਂ ਆਪਸ਼ਨ ਜਿਹੜਾ ਹੈ geography of leisure is a option B is
ए राइट आंसर, इट्स नॉट ए सब फील्ड ऑफ इकनॉमिक जोग्राफी। बाकी सारे जोड़े हैगे ने वो रिसोर्स हो गए, एग्रीकल्चर हो गया, इंडस्ट्री हो गया, ये सारे पार्ट ने इकनॉमिक जोग्राफी का, ठीक है। बट जोड़ा जोग्राफी ऑफ लेजर ऑप्शन बी है, ये राइट आंसर नहीं है अपनी ऑप्शन के विच, ठीक है। नेक्स्ट क्वेश्चन, विच स्कूल ऑफ थॉट लेड emphasize or social categories based ethnicity, race and religion, ठीक है। केड़ा मीन्स थॉट है, केड़ा स्कूल ऑफ थॉट्स है जिहड़ा इंप्लाई करदा है सोशल कैटेगरीज नू बेस्ड ऑन एथनिसिटी, रेस एंड रिलीजन, ठीक है। तो ऑप्शन ए वेलफेयर स्कूल, ऑप्शन बी रेडिकल स्कूल, ऑप्शन सी बिहेवियरल स्कूल एंड ऑप्शन डी नन ऑफ द अबव। ਹੁਣ ਦੇਖੋ ਇੱਥੇ ਗੱਲ ਆ ਗਈ ਹੈ ਐਥਨੀਸਿਟੀ ਦੀ, ਰੇਸ ਦੀ, ਰਿਲੀਜਨ ਦੀ। ਤਾਂ ਹੁਣ ਕਿਹੜਾ ਜਿਹੜਾ ਸਕੂਲ ਹੈ ਉਹ ਇਹਨੂੰ ਅਪਲਾਈ ਕਰਦਾ, ਕਿਹੜੇ ਸਕੂਲ ਦੇ ਅੰਡਰ ਇਹ ਸਾਰੀਆਂ ਜਿਹੜੀਆਂ ਐਥਨੀਸਿਟੀ ਹੈ, ਰੇਸ ਹੈ, ਰਿਲੀਜਨ ਹੈ, ਇਹਨਾਂ ਨੂੰ ਸਟੱਡੀ ਕੀਤਾ ਜਾਂਦਾ। ਤਾਂ ਉਹ ਉਹੀ ਸੇਮ ਹੈ ਬਿਹੇਵੀਅਰਲ ਸਕੂਲ ਆਫ ਥਾਟਸ, ਕਿ ਆਪਣੇ ਬਿਹੇਵੀਅਰ ਦੇ ਅੰਡਰ ਇਹ ਜਿਹੜਾ ਹੈ ਬਿਹੇਵੀਅਰਲ ਸਕੂਲ ਆਫ ਥਾਟ ਦੇ ਅੰਡਰ ਐਥਨੀਸਿਟੀ, ਰੇਸ ਐਂਡ ਰਿਲੀਜਨ ਜਿਹੜਾ ਹੈ ਆਪਾਂ ਉਹਨਾਂ ਦੀ ਕੈਟੇਗਰੀਜ਼ ਦੀ ਗੱਲ ਕਰਦੇ ਹਾਂ, ਉਹਨਾਂ ਬਾਰੇ ਸਟੱਡੀ ਕਰਦੇ, ठीक है। तो ये ऑप्शन जो है राइट हो गया। विच ऑफ द फॉलोइंग इज नॉट ए अप्रोच इन ह्यूमन जोग्राफी। हुण ह्यूमन जोग्राफी दी अप्रोचेस आप पढ़ियां ने, उन्हां विचों किहड़ी जिहड़ी अप्रोच है वो नहीं है। ऑप्शन ए, बी, सी एंड डी, ठीक है। एरियल डिफरेंशिएशन, स्पाशियल ऑर्गेनाइजेशन, क्वांटिटेटिव रेवोल्यूशन, एक्सप्लोरेशन एंड डिस्क्रिप्शन। ये जो तुसीं चैप्टर पढ़िया होएगा, ये डिटेल दे विच सारे कंसैप्ट नूं तुहाडी पढ़िया होएगा। तो उन्हां विचों आपां देखना है कि विच वन ऑफ द फॉलोइंग इज नॉट ए अप्रोच इन ह्यूमन जोग्राफी। ह्यूमन जोग्राफी के किहड़ी अप्रोच जी नहीं अप्लाई होंगी। तो इत्थे क्वांटिटेटिव रेवोल्यूशन है जिहड़ा बेटा वो नहीं आएगा, ठीक है। तो क्वांटिटेटिव रेवोल्यूशन इज नॉट ए अंडर द अप्रोच इन ह्यूमन जोग्राफी। बाकी जो एक्सप्लोरेशन एंड डिस्क्रिप्शन है ये भी ह्यूमन जोग्राफी का ही पार्ट है। स्पाशियल ऑर्गेनाइजेशन एंड एरियल डिफरेंशिएशन ये सब ह्यूमन जोग्राफी का पार्ट है। बट क्वांटिटेटिव रेवोल्यूशन जोड़ा है वो पार्ट नहीं है अंडर ह्यूमन जोग्राफी। क्वांटिटेटिव इट्स अ साइंस बेस्ड मेनली, ओके। ये क्वालिटेटिव इत्थे लिखा होंदा, तुसी ऑप्शंस नूं भी ध्यान नाल पढ़ना। अगर क्वालिटेटिव रेवोल्यूशन लिखा होंदा दैन ऑप्शन सी भी सही होना सी। फिर क्वालिटेटिव भी ह्यूमनस दे अंडर ही होंदा है। क्वांटिटेटिव जिहड़ा होंदा है वो 1 2 3 जो आपां नंबरिंग की गल करते हैं वो ह्यूमन जोग्राफी अप्रोच नहीं है, ठीक है। अप्रोचेस वही होंगे ने जिहदे थ्रू तुसीं किसी सबजैक्ट नूं पढ़दे हो, है ना। तो वो ये गल कर रहे हैं। नैक्सट क्वेश्चन, द इंट्रोडक्शन ऑफ सोशल वैलबींग स्कूल ऑफ थॉट इन ह्यूमन जोग्राफी इज नोन एज। किहड़ा स्कूल है जिहड़ा वो सोशल वैलबींग लई जिहड़ा है गल करदा है, किहड़ा स्कूल दे अंदर। तो ऑप्शंस ने तुहाडे कोल ह्यूमनिस्टिक स्कूल ऑफ थॉट, ऑप्शन बी रेडिकल स्कूल ऑफ थॉट, बिहेवियरल स्कूल ऑफ थॉट एंड ऑप्शन डी नन ऑफ द अबव। तो इत्थे ऑप्शन जोड़ा है राइट होएगा ह्यूमनिस्टिक स्कूल, ठीक है। तो ह्यूमन जोग्राफी के अंदर ह्यूमनस की गल करनी है तो वो किहदे अंडर करांगे आपां, ह्यूमनिस्टिक स्कूल ऑफ थॉट के अंदर, ठीक है। ये कोई अलग तो नहीं है। सोशल वैलबींग है, सोशल किहदे नाल रिलेटेड है, ये रिलेटेड है ह्यूमनस दे नाल। ह्यूमन जोग्राफी की गल करने हैं तो ये भी रिलेटेड है ह्यूमनिस्टिक स्कूल ऑफ थॉट्स दे नाल। तो ऑप्शन राइट जिहड़ा है ऑप्शन ए है। अगर तुम नीचे देख रहे हो ना राइट ऑप्शंस ने वो फ्लो होके आ रही हैं, उन्होंने तुम देख सकते हो। नैक्सट क्वेश्चन, स्टॉप एंड गो डिटर्मिनिज्म इज ऑल्सो नोन एज। आप फर्स्ट और सैकेंड क्वेश्चन के पढ़िया सी स्टॉप एंड गो डिटर्मिनिज्म किने कंसैप्ट दिता सी। हुण इत्थे गल कर रहे हैं आप स्टॉप एंड गो डिटर्मिनिज्म इज ऑल्सो नोन एज। तो ऑप्शंस ने पॉसिबिलिज्म, डिटर्मिनिज्म, न्यू डिटर्मिनिज्म और नन ऑफ द अबव। तो हम स्टॉप एंड गो डिटर्मिनिज्म आप होर किहड़े नाम नाल जानते हैं, तो वो ऑप्शन आपका सी है, न्यू डिटर्मिनिज्म, एक नवा डिटर्मिनिज्म, ठीक है। तो ये जो तुसीं चैप्टर पढ़िया होएगा उदों तुसीं डिटेल दे विच कीता होएगा। अगर नहीं भी कीता तो मेरे ते एक अलग तो जिहड़ा वीडियो है वो मैं प्रोवाइड कर दांगा कंसैप्ट वाइज, ठीक है। बट पहला फोकस यही रहेगा कि तुहाडा एग्जाम है उहदे लई तुसीं MCQ वध तो वध जिहड़े आ वो अटैम्प्ट करो, क्योंकि प्रैक्टिस दे नाल ही जिहड़ा तुहाडा स्कोर है वो इनक्रीज हो सकता है,
ठीक है, जो MCQ बहुत ज़्यादा ऑप्शन ਦੇ ਵਿੱਚ ਆਪਣੇ ਕੋਲ ਅਵੇਲੇਬਲ ਨੇ ਨਾ, ਤਾਂ ਫਿਰ ਉਹਦੇ ਲਈ ਆਪਾਂ ਨੂੰ ਜ਼ਿਆਦਾ ਪਹਿਲਾਂ ਟਾਰਗੇਟ ਇਹੀ ਹੈ ਕਿ ਆਪਾਂ MCQ ਅਟੈਂਪਟ ਕਰੀਏ। ਆਫਟਰ ਦੈਟ ਜੋ ਕਨਸੈਪਟ ਆਪਾਂ ਨੂੰ ਲੱਗਦਾ ਹੈ ਕਿ ਇਹ ਮੇਰਾ ਵੀਕ ਹੈ ਜਾਂ ਪੋਸੀਬਿਲਿਜ਼ਮ ਹੈ ਜਾਂ ਡਿਟਰਮਿਨਿਜ਼ਮ ਹੈ, ਜਿਹਦੇ ਰਿਲੇਟਡ ਤੁਹਾਡੇ ਮਾਈਂਡ ਦੇ ਵਿੱਚ ਕੋਈ ਥਾਟ ਨਹੀਂ ਆ ਰਹੇ, ਦੈਨ ਤੁਸੀਂ ਉਸ ਨੂੰ ਇੱਕ ਵਾਰੀ ਰਿਵਾਈਜ਼ ਕਰ ਲਓ। ਤਾਂ ਉਹ ਬੈਟਰ ਵੇ ਹੈ ਟੂ ਸਟੱਡੀ ਦਾ पर्टिकुलर कंसैप्ट, क्योंकि हुण आपां उस मूवमेंट ते हाँ ईयर दे जो जस्ट आपां प्रैक्टिस करनी है ना, हुण आपां टॉपिक्स दोबारा 1 बाय 1 बुक नहीं कर सकते, तो हुण आपां वो वाले टॉपिक्स नूं ही दोबारा रिवाइज करांगे जो आपां नूं लगदा है कि मैनूं वीक ने मेरे। तो नियो डिटर्मिनिज्म इज ऑल्सो नोन एज स्टॉप एंड गो डिटर्मिनिज्म। ओके, नेक्स्ट क्वेश्चन, हु गिव द कंसेप्ट ह्यूमन ज्योग्राफी इज द स्टडी ऑफ द चेंजिंग रिलेशनशिप बिटवीन द अनरस्टिंग मैन एंड अनस्टेबल अर्थ। ਹੁਣ ਇਹ ਕਨਸੈਪਟ ਕਿਹਨੇ ਦਿੱਤਾ ਹੈ, ਤੇ ਸਕਾਲਰਸ ਦੇ ਨਾਮ ਆਉਣਗੇ ਆਪਸ਼ਨ ਦੇ ਵਿੱਚ। ਠੀਕ ਹੈ, ਅੰਡਰਸਟੂਡ ਹੈ। ਹਿਊਮਨ ਜਿਓਗ੍ਰਾਫੀ ਦੇ ਵਿੱਚ ਜਿਹੜਾ ਹੈ ਸਟੱਡੀ ਕਰਦੇ ਹਾਂ ਆਪਾਂ ਚੇਂਜਿੰਗ ਰਿਲੇਸ਼ਨਸ਼ਿਪ ਬਿਟਵੀਨ ਅਨਰਸਟਿੰਗ ਮੈਨ ਐਂਡ ਅਨਸਟੇਬਲ ਅਰਥ ਦੀ। ਤਾਂ ਆਪਸ਼ਨਸ ਦੇਖਦੇ ਹਾਂ ਆਪਾਂ, ਇੱਕ ਰੈਡਜਲ ਨੇ ਦਿੱਤਾ ਹੈ ਕਨਸੈਪਟ, ਜਾਂ ਈਸੀ ਸੈਂਪਲ ਹੈ ਲੇਡੀ ਉਹਨਾਂ ਨੇ ਦਿੱਤਾ ਹੈ, ਜਾਂ ਪੌਲ ਵਿਦਾਲ ਡੀ ਲਾ ਬਲੈਸ਼ ਉਹਨਾਂ ਵੱਲੋਂ ਦਿੱਤਾ ਹੈ, ਜਾਂ ਫਿਰ ਗ੍ਰਿਫ ਟੇਲਰ ਵੱਲੋਂ ਦਿੱਤਾ ਹੈ। ਤਾਂ ਇਹ ਕਨਸੈਪਟ ਕਿਹਦੇ ਵੱਲੋਂ ਦਿੱਤਾ ਹੈ, ਇਹਨੂੰ ਆਪਾਂ ਆਇਡੈਂਟੀਫਾਈ ਕਰਨਾ। ਤਾਂ ਰਾਈਟ ਆਪਸ਼ਨ ਜਿਹੜੀ ਆਪਣੇ ਕੋਲੇ ਹੈ ਉਹ ਆਪਸ਼ਨ ਬੀ ਹੈ, ਈਸੀ ਸੈਂਪਲ। ਠੀਕ ਹੈ, ਇੱਕ ਲੇਡੀ ਜੋਗ੍ਰਾਫਰ ਹੋਏ ਨੇ, ਉਹਨਾਂ ਦੁਆਰਾ ਇਹ ਜਿਹੜਾ ਕਨਸੈਪਟ ਆ ਉਹ ਦਿੱਤਾ ਗਿਆ ਹੈ। ਉਹ ਕਹਿੰਦੇ ਨੇ ਕਿ ਹਿਊਮਨ ਜੋਗ੍ਰਾਫੀ ਕੀ ਹੈ, ਇਜ਼ ਏ ਸਟੱਡੀ ਆਫ ਚੇਂਜਿੰਗ ਰਿਲੇਸ਼ਨ ਬਿਟਵੀਨ ਦਾ ਅਨਰਸਟਿੰਗ ਮੈਨ ਐਂਡ ਅਨਸਟੇਬਲ ਅਰਥ, ਕਿ ਦੋਨੋਂ ਹੀ ਚੇਂਜੇਬਲ ਨੇ ਬੇਟਾ, ਦੋਨਾਂ ਦੇ ਵਿੱਚ ਹੀ ਚੇਂਜ ਹੈ, ਨਾ ਤਾਂ ਹਿਊਮਨਸ ਨੇ ਜਿਹੜੇ ਉਹ ਸਟੇਬਲ ਨੇ, ਨਾ ਹੀ ਅਰਥ ਸਟੇਬਲ ਹੈ। ਤਾਂ ਇਹ ਸਟੱਡੀ ਹੈ, ਜੋਗ੍ਰਾਫੀ ਇਜ਼ ਅ ਸਟੱਡੀ ਆਫ ਚੇਂਜਿੰਗ ਰਿਲੇਸ਼ਨਸ਼ਿਪ ਕਿਹਨਾਂ ਦੇ ਵਿੱਚ, ਇਨ अनरस्टिंग मैन एंड अनस्टेबल अर्थ। ठीक है, तो ऑप्शन बी इज द राइट आंसर हियर। अर्बन रूरल प्लानिंग इज ए लर्नड इन विच ऑफ द फील्ड ऑफ ह्यूमन जोग्राफी। हुण किहदे अंदर आपां इह पढ़दे हां, अर्बन प्लैनिंग बारे या रूरल प्लैनिंग्स दे बारे, रीजनल प्लैनिंग्स दे बारे। तो अपने कोले ऑप्शंस ने, ऑप्शन ए सेटलमेंट जोग्राफी, ऑप्शन बी पॉपुलेशन जोग्राफी, ऑप्शन सी अर्बन जोग्राफी एंड ऑप्शन डी इकनॉमिक जोग्राफी। तो अर्बन रूरल प्लैनिंग जिहड़ी है वो किहड़े सबजैक्ट अंदर आपां पढ़ांगे, ह्यूमन जोग्राफी। तो वो बड़ा ही सिंपल आंसर है, तो वो अपना होएगा सैटलमेंट जोग्राफी। तो सैटलमेंट जोग्राफी, हुण इत्थे तुसीं कन्फ्यूज भी हो सकते हो कि ऑप्शन सी अर्बन जोग्राफी भी राइट आंसर हो सकता है, बट क्यों नहीं है, क्योंकि उत्थे जिहड़ा है अर्बन एंड रूरल प्लैनिंग दे बारे गल कर रहे, प्लैनिंग की गल कर रहे हैं, दे आर नॉट रिलेटेड ओनली टू द अर्बन प्लैनिंग। अगर अर्बन प्लैनिंग हुंदा दैन ऑप्शन सी इज द राइट आंसर। तो इत्थे दोनों की ही आपां गल कर रहे हैं, इट्स अर्बन एंड रूरल प्लैनिंग, दैन ऑप्शन ए इज द राइट आंसर हेयर, सैटलमेंट जोग्राफी। ठीक है, इधर मैं कॉर्नर के विच आंसर लिखा हुआ है नीचे। दैन बाकी ये PDF जोड़ा है ये मैं टैलीग्राम के भी अपलोड कर दाँगा, तुम उत्थों भी इन्हू डाउनलोड करके बिफोर योर एग्जाम्स 2-3 बार तो ग्रो थ्रू हो सकते। ठीक है, नेक्स्ट क्वेश्चन, इन सब फील्ड्स ऑफ ह्यूमन जोग्राफी व्हाट डू वी स्टडी इन जेंडर जोग्राफी। हुण ये ह्यूमन जोग्राफी की एक ब्रांच है, सब फील्ड है, स्टडी इन जेंडर जोग्राफी। तो उहदे विच आपां की करदे हां, in subfield of human geography what do we study in gender geography? Options anthropology, option B sociology, option C epidemiology, then option D sociology, anthropology and women's studies। ठीक है, तो केड़ा ऑप्शन हो सकता है, बड़ा ही कंफ्यूजिंग ऑप्शंस दिते हुए ने, बट तुसीं जो आंसर देखोगे तो बड़ा ही सिंपल है। ठीक है, तो ऑप्शन ਇਹਦਾ ਜਿਹੜਾ है ऑप्शन डी इज द राइट आंसर हेयर, क्योंकि सोशोलॉजी भी पार्ट है जेंडर जोग्राफी का, एंथ्रोपोलॉजी इज ऑल्सो पार्ट ऑफ जेंडर जोग्राफी एंड वुमेन स्टडीज। ठीक है, तो वुमेन स्टडीज ਦੇ ਵਿੱਚ भी जेंडर जोग्राफी का ही सब फील्ड है। ठीक है, तो ये ह्यूमन जोग्राफी के अंदर आप सब कुछ पढ़ते हैं, तो ऑप्शन डी इज ए राइट आंसर हेयर। ठीक है, नेक्स्ट क्वेश्चन, इन विच पीरियड ग्रैंड जर्नलाइजेशन and the applicability of universal theories became popular in geographical studies। ठीक है, ਕਿਹੜੇ ਪੀਰੀਅਡ ਦੇ ਵਿੱਚ ਜਿਹੜਾ ਜਰਨਲਾਈਜੇਸ਼ਨ ਹੈ ਜਾਂ ਐਪਲੀਕੇਬਿਲਿਟੀ ਹੈ,
ਐਪਲੀਕੇਸ਼ਨ ਹੈ यूनिवर्सल ਥਿਊਰੀਜ਼ ਦੀ ਉਹ ਪਪੂਲਰ ਹੋਈ ਜੀਓਗ੍ਰਾਫੀਕਲ ਸਟੱਡੀਜ਼ ਦੇ ਅੰਡਰ। ਠੀਕ ਹੈ, ਤਾਂ ਕੁਐਸਚਨ ਆਪਣੇ ਤੋਂ ਇਹ ਡਿਮਾਂਡ ਕਰ ਰਿਹਾ ਕਿ ਤੁਸੀਂ ਦੱਸੋ ਕਿ ਕਿਹੜੇ ਪੀਰੀਅਡ ਦੇ ਵਿੱਚ ਜਿਹੜੀ ਹੈ ਇਹ ਸਭ ਕੁਝ ਹੋਇਆ। ਤਾਂ ਆਪਸ਼ਨ ਏ 1850s ਦੇ ਵਿੱਚ, ਆਪਸ਼ਨ ਬੀ ਇਟਸ 1920s, ਆਪਸ਼ਨ ਸੀ 1970s ਐਂਡ ਆਪਸ਼ਨ ਡੀ ਇਜ਼ 1990s। ठीक है, तो केड़े पीरियड अंडर मेनली जर्नलाइजेशन एंड एप्लीकेबिलिटी एप्लीकेशन ऑफ यूनिवर्सल थ्योरीज बिकम पॉपुलर इन जोग्राफिकल स्टडीज। ये पहला भी इंपॉर्टेंट सी बट जोग्राफी के अंडर आप जड़ा है जर्नलाइजेशन ऑफ यूनिवर्सल थ्योरीज एक कदों स्टार्ट होया, केड़े टाइम पीरियड के अंडर। ठीक है, तो इत्थे राइट आंसर जड़ा है वो तुहाडे कोल है 1990s के अंडर जड़ा है पॉपुलर होया अंडर द जोग्राफिकल studies। तो option D is a right answer here। Okay, next question, which one of the following is an approach in human geography? Which one of the following options देखते हैं की ने। option A regional analysis, option B it's a quantitative revolution, option C is a humanistic and option D it's a radical। in which of the following is अप्रोच इन ह्यूमन जोग्राफी, केड़ी जड़ी है वो ह्यूमन जोग्राफी की अप्रोच है। ठीक है, तो अब देखते हैं आंसर की है। आंसर इट्स अ ए रीजनल एनालिसिस। रीजनल एनालिसिस जड़ा है वो पार्ट है, अप्रोच है इन ह्यूमन जोग्राफी कि आप रीजनस नू एनालाइज करते हैं, एनालाइज बेस्ड ऑन एवरीथिंग। ठीक है, कि जिद्दां आपां कंपेयर करते हैं कि हरियाणा एंड पंजाब दे विच की डिफरेंसेस ने। ठीक है, तो वो डिफरेंसेस नू एनालाइज करना इट्स अ रीजनल एनालिसिस। किसी भी दो अलग अलग एरियाज नू एनालाइज करना बेस्ड ऑन द वेरीअस फैक्टर्स, कुछ भी फैक्टर्स हो सकते हैं। ठीक है, जो पॉपुलेशन हो सकती है, रीजन हो सकता है, रिलीजन हो सकता है, लैंग्वेज हो सकता है, नैचुरल रिसोर्सेज की अवेलेबिलिटी हो सकती है, कोई भी बेस के उपर तुसीं उहनूं एनालाइज करोगे। टू डिफरेंट रीजनस जिवें पंजाब नूं तुसीं हरियाणा नाल करो, यूपी दे नाल कर सकते हो, दैन किसी साउथ इंडियन स्टेट के नाल तुसीं उहनूं एनालाइज कर सकते हो। रीजनल एनालिसिस कि उन्हां दे विच दोनां दे विच कंपैरिजन करके देखना। ठीक है, इट्स अ रीजनल एनालिसिस। तो ये ह्यूमन जियोग्राफी का ही पार्ट है। Okay, next question, which one of the following is the most important factor in the interaction between people and environment? ਹੁਣ ਤੁਹਾਨੂੰ ਪਤਾ ਜਿਓਗ੍ਰਾਫੀ ਦੇ ਅੰਡਰ ਆਪਾਂ people and environment ਨੂੰ ਪੜ੍ਹਦੇ ਹਾਂ, ਤਾਂ ਹੁਣ most important factor ਕਿਹੜਾ ਹੋ ਸਕਦਾ ਜਿਹੜਾ interaction between people and environment? option A human intelligence, option B is a people perception, option C technology and option D is human brotherhood। ठीक है, तो ऑप्शन जेड़ा राइट है वो है टेक्नोलॉजी। विच वन ऑफ द फॉलोइंग इज मोस्ट इंपॉर्टेंट? टेक्नोलॉजी इज इंपॉर्टेंट। टेक्नोलॉजी इंपॉर्टेंट फैक्टर है इंटरैक्शन दे विच बिटवीन पीपल एंड एनवायरमेंट। ठीक है, एनवायरमेंट ते पीपल दे विच जो इंटरैक्शन होंदा है वो तुहाडा टेक्नोलॉजी बेस्ड है। तो ऑप्शन सी इज ए राइट आंसर है। ओके, तो इहदे नाल ही अपना जिहड़ा अज दा सैशन है ये वाला इत्थे ही फिनिश होंदा है। इस दे नाल मैं नैक्सट चैप्टर के जोड़े क्वेश्चनस ने वो आप डिस्कस करांगे। ठीक है, वो भी आप MCQ डिस्कस करांगे। अगर तुहानूं लगता है कि थोड़ा स्लो पेस के उपर मैं डिस्कस कर रहे हैं क्वेश्चन, तो तुसीं जिहड़ा यूट्यूब के उपर इनू तुसीं स्पीड ऑन करके भी देख सकते हो। ठीक है, वो ऑप्शन होंदा नीचे, उन्होंने स्पीड इनक्रीज कर लो तो थोड़ा फास्ट हो जाएगा। ठीक है, बिकॉज रिकॉर्डिंग के टाइम ये हो जाता है कि कई बार बड़ा ही आराम के नाल जिहड़ा स्पीक बोलिया जाता है, तो उन्होंने तुसीं जल्दी नाल फास्ट करके भी देख सकते हो। अगर तुहाडे कोले टाइम भी शॉर्ट है ना, तो इन्हूं तुसीं देख सकते हो जिद्दां भी तुहानूं बेनीफिट लगे। होर इदां दे कोई टॉपिक्स तुहानूं चाहिए ने, कोई इहदे नाल रिलेटेड एक्स्ट्रा क्वेश्चन चाहिए ने, तो तुसीं नीचे डिस्क्रिप्शन बॉक्स दे विच टैलीग्राम चैनल है, उत्थे मोस्ट ऑफ द क्वेश्चनस जिहड़े मैं फाइल्स जिहड़ियां ने वो अपलोड किए हुए हैं, उत्थों तुसीं उन्हां नूं असैस कर सकते हो। ठीक है, दैन इट्स अ फ्री ऑफ कॉस्ट फॉर एवरीथिंग ऑन दिस चैनल। ठीक है, तो जो एग्जाम प्रेप चैनल है अपना, ठीक है, ये बेस्ड है तुहाडी हेल्प दे लई। ठीक है, तो कोई जोड़ा है और मोटिव नहीं है, इट्स ओनली फॉर योर असेसमेंट फॉर एग्जामिनेशन। ठीक है, कि तुसीं अपने आप को असैस कर सको कि किद्दां दी मेरी प्रेपरेशन जिहड़ी है वो चल रही है। ओके, विद दैट एंड ऑफ द सेशन, टेक केयर, कीप लर्निंग एंड
growing. Thank you.